ਸੁਖਦੇਵ ਸਿੰਘ ਢੀਂਡਸਾ ਵੱਲੋਂ ਨਵੀਂ ਪਾਰਟੀ ਦਾ ਕੀ ਬਣਾ ਲਈ ਚਾਰੇ ਪਾਸੇ ਬਿੱਤਾ ਹੀ ਸਹੇੜ ਲਈ। ਅੱਜ ਹਰ ਕੋਈ ਇਸ ਦਾ ਵਿਰੋਧ ਕਰਦਾ ਨਜ਼ਰ ਆ ਰਿਹਾ ਹੈ। ਦੂਜੇ ਪਾਸੇ ਜੇ ਸ਼੍ਰੋਮਣੀ ਅਕਾਲੀ ਦਲ ਦੇ ਡਾਕਟਰ ਦਲਜੀਤ ਸਿੰਘ ਚੀਮਾ ਜੀ ਦੀ ਗੱਲਬਾਤ ਕੀਤੀ ਜਾਵੇ ਤਾਂ ਉਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਸੁਖਦੇਵ ਸਿੰਘ ਢੀਂਡਸਾ ਤੇ ਬੜੇ ਗੰਭੀਰ ਇਲਜ਼ਾਮ ਲਾਏ ਨੇ। ਸੁਖਦੇਵ ਸਿੰਘ ਢੀਂਡਸਾ ਤਾਂ ਕਾਂਗਰਸ ਦੇ ਇਸ਼ਾਰੇ ਤੇ ਸਾਰਾ ਕੁਝ ਕਰ ਰਿਹਾ ਹੈ। ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਇਸ ਤਰ੍ਹਾਂ ਦੀਆਂ ਜਾਲਸਾਜ਼ੀਆਂ ਕਦੇ ਵੀ ਬਰਦਾਸ਼ਤ ਨਹੀਂ ਕਰੇਗੀ। ਸ਼੍ਰੋਮਣੀ ਅਕਾਲੀ ਦਲ 100 ਸਾਲ ਪੁਰਾਣੀ ਪਾਰਟੀ ਹੈ, ਇਸ ਨੂੰ ਬਰਕਰਾਰ ਰੱਖਣ ਵਾਸਤੇ ਬੜੀਆਂ ਕੁਰਬਾਨੀਆਂ ਵੀ ਦਿੱਤੀਆਂ ਗਈਆਂ ਨੇ। ਪਰ ਡਾਕਟਰ ਦਲਜੀਤ ਸਿੰਘ ਚੀਮਾ ਜੀ ਸਵਾਲ ਇੱਥੇ ਪੈਦਾ ਹੁੰਦੇ ਨੇ ਕਿ ਆਖਰ ਉਹ ਪਾਰਟੀ ਦੇ ਮੈਂਬਰ ਜਿਨ੍ਹਾਂ ਨੇ ਜਦੋਂ ਦੀ ਪਾਰਟੀ ਦੀ ਸ਼ੁਰੂਆਤ ਹੋਈ ਹੈ ਉਦੋਂ ਤੋਂ ਹੀ ਬਾਦਲ ਪਰਿਵਾਰ ਦਾ ਸਾਥ ਦਿੱਤਾ ਹੈ, ਅੱਜ ਉਹਨਾਂ ਨੂੰ ਪਾਰਟੀ ਛੱਡਣ ਲਈ ਕਿਉਂ ਮਜਬੂਰ ਹੋਣਾ ਪਿਆ? ਅੱਜ ਉਹਨਾਂ ਨੂੰ ਕੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਉਹ ਇੱਜ਼ਤ ਨਹੀਂ ਦਿੱਤੀ ਜਾ ਰਹੀ ਸੀ ਜਿਸ ਦੇ ਉਹ ਹੱਕਦਾਰ ਸਨ? ਸ਼੍ਰੋਮਣੀ ਅਕਾਲੀ ਦਲ ਇਹਨਾਂ ਟਕਸਾਲੀਆਂ ਦੀਆਂ ਨਜ਼ਰਾਂ 'ਚੋਂ ਕਿਉਂ ਗਿਰਦੀ ਜਾ ਰਹੀ ਹੈ? ਇਹ ਆਪਣੇ ਆਪ ਵਿੱਚ ਇੱਕ ਬਹੁਤ ਵੱਡੇ ਸਵਾਲ ਨੇ। ਸੁਖਦੇਵ ਸਿੰਘ ਢੀਂਡਸਾ ਦੇ ਬਾਰੇ ਹੋਰ ਕੀ ਕਿਹਾ ਹੈ ਡਾਕਟਰ ਦਲਜੀਤ ਸਿੰਘ ਚੀਮਾ ਜੀ ਨੇ, ਆਓ ਸੁਣਦੇ ਹਾਂ। ਸ਼੍ਰੋਮਣੀ ਅਕਾਲੀ ਦਲ 100 ਸਾਲ ਪੁਰਾਣੀ ਪਾਰਟੀ ਹੈ ਔਰ ਬੜੀਆਂ ਵੱਡੀਆਂ ਕੁਰਬਾਨੀਆਂ ਤੋਂ ਬਾਅਦ, ਸ਼ਹਾਦਤਾਂ ਤੋਂ ਬਾਅਦ ਇਹ ਪਾਰਟੀ ਹੋਂਦ ਦੇ ਵਿੱਚ ਆਈ ਸੀ ਤੇ ਹੁਣ ਤੋਂ ਆਉਣ ਤੋਂ ਲੈ ਕੇ ਅੱਜ ਤੱਕ ਬਹੁਤ ਵੱਡਾ ਸ਼ਾਨਾ ਮਤਾ ਇਸ ਪਾਰਟੀ ਦਾ ਇਤਿਹਾਸ ਹੈ। ਔਰ ਆਜ਼ਾਦੀ ਤੋਂ ਬਾਅਦ ਬਹੁਤ ਵੱਡਾ ਪੰਜਾਬੀ ਸੂਬੇ ਦੇ ਵਿੱਚ ਐਮਰਜੈਂਸੀ ਦੇ ਦੌਰਾਨ ਧਰਮ ਯੁੱਧ ਮੋਰਚੇ ਦੇ ਵਿੱਚ ਔਰ ਪੰਜਾਬੀ ਤੇ ਪੰਜਾਬੀਅਤ ਵਾਸਤੇ ਬਹੁਤ ਵੱਡਾ ਸੰਘਰਸ਼ ਜਿਹੜਾ ਉਹ ਸ਼੍ਰੋਮਣੀ ਅਕਾਲੀ ਦਲ ਦਾ ਰਿਹਾ। ਇਸ ਕਰਕੇ ਅਸੀਂ ਲੋਕਤੰਤਰੀ ਪ੍ਰਣਾਲੀ ਦੇ ਵਿੱਚ ਵਿਸ਼ਵਾਸ ਰੱਖਦੇ ਹਾਂ। ਬਹੁਤ ਵਾਰੀ ਕਈ ਆਗੂਆਂ ਨੇ, ਪਾਰਟੀ ਦੇ ਨੇ ਵੱਖਰੇ ਹੋ ਕੇ ਵੀ ਕਈ ਤਰ੍ਹਾਂ ਦੀਆਂ ਪਾਰਟੀਆਂ ਬਣਾਈਆਂ, ਲੇਕਿਨ ਅਸੀਂ ਉਸ ਗੱਲ ਤੇ ਕਦੀ ਨਹੀਂ ਇਤਰਾਜ਼ ਕਰਦੇ ਕਿਉਂਕਿ ਜਮਹੂਰੀਅਤ ਦੇ ਵਿੱਚ ਵਿਸ਼ਵਾਸ ਰੱਖਣ ਵਾਲੀ ਪਾਰਟੀ ਹੈ। ਕੋਈ ਡੈਮੋਕ੍ਰੈਟਿਕ ਤਰੀਕੇ ਦੇ ਨਾਲ ਆਪਣੀ ਕੋਈ ਵੱਖਰੀ ਪਾਰਟੀ ਬਣਾਉਣੀ ਚਾਹਵੇ, ਵੱਖਰੀ ਵਿਚਾਰਧਾਰਾ ਰੱਖਦਾ ਹੋਵੇ ਤੇ ਅਸੀਂ ਉਹਦਾ ਵੀ ਹਮੇਸ਼ਾ ਸਤਿਕਾਰ ਕੀਤਾ। ਪਰ ਜੇ ਕੋਈ ਜਾਲਸਾਜ਼ੀ ਕਰੇ, ਗੁੰਮਰਾਹਕੁਨ ਕੰਮ ਕਰੇ ਤੇ ਉਹ ਜਿਹੜਾ ਸ਼੍ਰੋਮਣੀ ਅਕਾਲੀ ਦਲ ਹੈ ਬਰਦਾਸ਼ਤ ਨਹੀਂ ਕਰ ਸਕਦਾ। ਸਰਦਾਰ ਸੁਖਦੇਵ ਸਿੰਘ ਢੀਂਡਸਾ ਸਾਹਿਬ ਪਾਰਟੀ ਤੋਂ ਅਲੱਗ ਹੋ ਗਏ ਸੀ, ਉਹਨਾਂ ਤੇ ਪਾਰਟੀ ਨੇ ਉਹਨਾਂ ਦੀ ਕਾਰਗੁਜ਼ਾਰੀ ਕਰਕੇ ਐਕਸਪੈਲ ਵੀ ਉਹਨਾਂ ਨੂੰ ਪਾਰਟੀ ਦੇ ਉੱਤੋਂ ਕਰ ਦਿੱਤਾ ਸੀ। ਉਹ ਸਾਰਾ ਰਿਕਾਰਡ ਦਾ ਹਿੱਸਾ ਤੁਸੀਂ ਸਾਰੇ ਚੰਗੀ ਤਰ੍ਹਾਂ ਜਾਣਦੇ ਹੋ। ਪਰ ਹੁਣ ਜਿਸ ਤਰੀਕੇ ਅੱਜ ਸਰਦਾਰ ਸੁਖਦੇਵ ਸਿੰਘ ਢੀਂਡਸਾ ਨੇ ਲੁਧਿਆਣੇ ਦੇ ਵਿੱਚ 4 ਬੰਦੇ ਇਕੱਠੇ ਕਰਕੇ ਤੇ ਕਾਂਗਰਸ ਦੀ ਸ਼ਹਿਰ ਦੇ ਉੱਤੇ ਇੱਕ ਨਵਾਂ ਡਰਾਮਾ ਰਚਿਆ, ਮੈਂ ਸਮਝਦਾ ਕਿ ਜਿੰਨਾ ਉਹਨਾਂ ਦੀ ਰਾਜਨੀਤਿਕ ਤਜਰਬਾ ਹੈ, ਜਿੱਡੀ ਉਹਨਾਂ ਦੀ ਉਮਰ ਹੈ, ਉਹਦੇ ਅਕਾਰਡਿੰਗਲੀ ਉਹਨਾਂ ਨੂੰ ਇਹ ਗੱਲ ਸ਼ੋਭਾ ਨਹੀਂ ਸੀ ਦਿੰਦੀ। ਕਿਉਂਕਿ ਪਾਰਟੀ ਬਣਾਉਣੀ ਆਪਣੀ ਬਣਾਓ, ਆਪਣੀ ਮਿਹਨਤ ਕਰੋ। ਸ਼੍ਰੋਮਣੀ ਅਕਾਲੀ ਦਲ ਨੂੰ ਇਸ ਗੱਲ ਤੇ ਕੋਈ ਇਤਰਾਜ਼ ਨਹੀਂ ਹੈ। ਤੁਸੀਂ ਸਾਡੇ ਖਿਲਾਫ ਵੀ ਬੋਲ ਸਕਦੇ ਹੋ, ਸਾਨੂੰ ਉਸ ਗੱਲ ਤੇ ਵੀ ਇਤਰਾਜ਼ ਨਹੀਂ ਹੈ। ਸ਼੍ਰੋਮਣੀ ਅਕਾਲੀ ਦਲ ਦੀਆਂ ਨੀਤੀਆਂ ਦੇ ਖਿਲਾਫ ਵੀ ਤੁਸੀਂ ਬੋਲੋ, ਸਾਨੂੰ ਉਸ ਗੱਲ ਦੇ ਉੱਤੇ ਵੀ ਇਤਰਾਜ਼ ਨਹੀਂ ਹੈ। ਪਰ ਇੱਕ ਜਿਹੜਾ ਸਿਸਟਮ ਹੈ ਪਾਰਟੀ ਦਾ, ਸੰਵਿਧਾਨ ਹੈ, ਉਹਦੇ ਮੁਤਾਬਕ ਪਾਰਟੀ ਚੱਲਦੀ ਆ, ਉਹਦੇ ਮੁਤਾਬਕ ਫੈਸਲੇ ਹੁੰਦੇ ਆ, ਉਹਦੇ ਮੁਤਾਬਕ ਪਾਰਟੀ ਦੀ ਮੈਂਬਰਸ਼ਿਪ ਹੁੰਦੀ ਆ, ਸਰਕਲ ਡੈਲੀਗੇਟ ਬਣਦੇ ਆ, ਜਿਹੜੇ ਡਿਸਟ੍ਰਿਕਟ ਦੇ ਡੈਲੀਗੇਟ ਬਣਦੇ ਆ, ਸਟੇਟ ਦੇ ਡੈਲੀਗੇਟ ਬਣਦੇ ਆ, ਸਾਰੀ ਪ੍ਰਧਾਨ ਦੀ, ਬਾਕੀ ਜਥੇਬੰਦੀ ਦੀ ਚੋਣ ਹੁੰਦੀ। ਜੇ ਤੁਸੀਂ ਇੰਨਾ ਸਮਾਂ ਪਾਰਟੀ ਦੇ ਵਿੱਚ ਕੰਮ ਕੀਤਾ ਔਰ ਸਾਰੀ ਤੁਸੀਂ ਪਾਰਟੀ ਦੀ ਸੰਵਿਧਾਨ ਨੂੰ, ਪ੍ਰਕਿਰਿਆ ਨੂੰ ਚੰਗੀ ਤਰ੍ਹਾਂ ਸਮਝਦੇ ਹੋ ਤੇ ਜੇ ਫਿਰ ਤੁਸੀਂ ਇਸ ਤਰ੍ਹਾਂ ਦਾ ਬਚਪਨੇ ਵਾਲਾ ਕੰਮ ਕਰੋ ਤੇ ਮੈਂ ਸਮਝਦਾ ਇਹ ਉਹਨਾਂ ਦੀ ਸ਼ਖਸੀਅਤ ਨੂੰ ਘਟਾਉਂਦਾ, ਜਿਹੜਾ ਕਿ ਅੱਜ ਉਹਨਾਂ ਨੂੰ ਨਹੀਂ ਕਰਨਾ ਚਾਹੀਦਾ ਸੀ। ਜਿਹੜੀ ਅੱਜ ਨਵੀਂ ਪਾਰਟੀ ਦਾ ਉਹਨਾਂ ਨੇ ਐਲਾਨ ਕੀਤਾ, ਜੋ ਇੰਪ੍ਰੈਸ਼ਨ ਮੀਡੀਆ ਦੇ ਵਿੱਚ ਦਿੱਤਾ ਗਿਆ ਉਹਦੇ ਮੁਤਾਬਕ ਵੀ ਅਸੀਂ ਨਵਾਂ ਸ਼੍ਰੋਮਣੀ ਅਕਾਲੀ ਦਲ ਹੀ ਬਣਾਇਆ ਤੇ ਅਸੀਂ ਪ੍ਰਧਾਨ ਨਵਾਂ ਚੁਣ ਲਿਆ, ਅਸੀਂ ਪੁਰਾਣੇ ਪ੍ਰਧਾਨ ਨੂੰ ਹਟਾਤਾ। ਮੈਂ ਸਮਝਦਾ ਇਹ 100% ਝੂਠ ਹੈ ਔਰ ਇਹ ਜਾਲਸਾਜ਼ੀ ਹੈ, ਫਰਾਡ ਹੈ।
ਔਰ ਇਲੀਗਲ ਹੈ ਔਰ ਪਾਰਟੀ ਦੇ ਸੰਵਿਧਾਨ ਦੇ ਉਲਟ ਹੈ। ਇਸ ਕਰਕੇ ਜਿਹੜੀ ਉਹਨਾਂ ਦੀ ਮੈਂ ਇਸ ਗੱਲੋਂ ਸਾਰਾ ਜਿਹੜਾ ਜੋ ਕੁਛ ਉਹਨਾਂ ਨੇ ਕਿਹਾ ਉਹਨੂੰ ਸ਼੍ਰੋਮਣੀ ਅਕਾਲੀ ਦਲ ਦੀ ਤਰਫੋਂ ਰੱਦ ਕਰਨਾ। ਔਰ ਮੈਂ ਸਮਝਦਾ ਕਿ ਜੇ ਉਹਨਾਂ ਨੇ ਪਾਰਟੀ ਬਣਾਉਣੀ ਸੀ ਜੋ ਮਰਜ਼ੀ ਨਾਮ ਰੱਖਣ। ਉਹਨਾਂ ਨੇ ਇਹੀ ਕਿਹਾ ਕਿ ਅਸੀਂ ਜਿਹੜੀ ਪਾਰਟੀ ਅੱਜ ਬਣਾਈ ਹੈ ਸ਼੍ਰੋਮਣੀ ਅਕਾਲੀ ਦਲ। ਦੇਖੋ ਕਾਂਗਰਸ ਪਾਰਟੀ ਮੈਂ ਸਮਝਦਾ ਉਹਨਾਂ ਨੂੰ ਸਹੀ ਗਾਈਡ ਨਹੀਂ ਕਰ ਰਹੀ ਤੇ ਜਿਸ ਤਰੀਕੇ ਉਹਨਾਂ ਦੀਆਂ ਸੇਵਾਵਾਂ ਲੈ ਰਹੀ ਹੈ ਉਹਦੇ 'ਚ ਆਪਣਾ ਵੀ ਨੁਕਸਾਨ ਕਰ ਰਹੀ ਹੈ, ਉਹਨਾਂ ਦਾ ਵੀ ਕਰ ਰਹੀ ਹੈ। ਢੀਂਡਸਾ ਸਾਹਿਬ ਨੂੰ ਇਹ ਹੱਕ ਕਾਂਗਰਸ ਨੂੰ ਨਹੀਂ ਸੀ ਦੇਣਾ ਚਾਹੀਦਾ। ਪਹਿਲਾਂ ਜਿਹੜੀ ਆਲ ਪਾਰਟੀ ਮੀਟਿੰਗ ਥੋੜੇ ਦਿਨ ਪਹਿਲਾਂ ਹੋਈ ਉਹਦੇ ਵਿੱਚ ਉਹਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਲੀਡਰ ਜਿਹੜਾ ਉਹ ਬਣਾ ਕੇ ਤੇ ਆਲ ਪਾਰਟੀ ਮੀਟਿੰਗ ਵਿੱਚ ਪੇਸ਼ ਕੀਤਾ ਗਿਆ। ਇਹ ਸਾਰੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਸ੍ਰੀ ਸੁਖਦੇਵ ਸਿੰਘ ਢੀਂਡਸਾ MP ਮਕਾਨ ਨੰਬਰ 504 ਸੈਕਟਰ 11 ਇਹ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਦਸਤਖਤਾਂ ਦੇ ਹੇਠਾਂ ਇਹ ਚਿੱਠੀ ਉਸ ਦਿਨ ਗਈ ਸੀ। 20 ਜੂਨ ਦੀ ਚਿੱਠੀ ਆ। ਇਹ ਸਾਰੀ ਤੁਹਾਡੇ ਕੋਲ ਵੀ ਪਹਿਲਾਂ ਆ ਚੁੱਕੀ ਹੈ, ਤੁਸੀਂ ਸਾਰਿਆਂ ਨੇ ਪੜ੍ਹੀ ਹੋਈ ਹੈ। ਉਸੇ ਦਿਨ ਵੀ ਇਹਨਾਂ ਨੂੰ ਇਤਰਾਜ਼ ਚਾਹੀਦਾ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਸਰਦਾਰ ਰਣਜੀਤ ਸਿੰਘ ਜੀ ਬ੍ਰਹਮਪੁਰਾ ਸਾਹਿਬ ਸੀ, ਪਰ ਇਹਨਾਂ ਨੇ ਥੱਲੇ ਮੀਟਿੰਗ ਅਟੈਂਡ ਕੀਤੀ ਜਿਵੇਂ ਕਾਂਗਰਸ ਨੇ ਉਹਨਾਂ ਨੂੰ ਆਰਗੇਨਾਈਜ਼ ਕੀਤਾ। ਕਾਰਨ ਸਾਰੇ ਲੋਕਾਂ ਨੂੰ ਪਤਾ ਵੀ ਕਾਰਨ ਕੀ ਸੀ। ਹੁਣ ਦੂਜੀ ਗੱਲ ਵੱਲ ਮੈਂ ਆਉਣਾ ਕਿ ਜਿਹੜਾ ਢੀਂਡਸਾ ਸਾਹਿਬ ਦਾ ਇਸ਼ੂ ਜਿਹੜਾ ਸ਼ੁਰੂ ਕੀਤਾ ਸੀ ਉਹਨਾਂ ਨੇ, ਉਦੋਂ ਢੀਂਡਸਾ ਸਾਹਿਬ ਨੇ ਇੱਕ ਪੁਆਇੰਟ ਰੇਜ਼ ਕੀਤਾ ਸੀ ਕਿ ਅਸੀਂ ਪਾਰਟੀ ਦੇ ਅੰਦਰ ਨਵੇਂ ਪ੍ਰਧਾਨ ਦੀ ਚੋਣ ਕਰਨੀ ਚਾਹੁੰਦੇ ਹਾਂ ਕਿ ਅਸੀਂ ਬਾਦਲ ਪਰਿਵਾਰ ਤੋਂ ਜਿਹੜੀ ਆ ਉਹ ਪਾਰਟੀ ਨੂੰ ਛਡਾਉਣਾ ਚਾਹੁੰਦੇ, ਜਿਹੜਾ ਉਸ ਵੇਲੇ ਮੁੱਦਾ ਉਹਨਾਂ ਦਾ ਸੀ। ਪਰ ਅੱਜ ਜਿਹੜੀ ਸਾਰੀ ਗੱਲ ਸਾਹਮਣੇ ਆਈ ਆ ਵੀ ਗੱਲ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਹਟਾਉਣ ਦੀ ਜਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਹਟਾਉਣ ਦੀ ਨਹੀਂ ਸੀ। ਇਹ ਹੁਣ ਉਹਨਾਂ ਦੇ ਜੋ ਵਿਵਹਾਰ ਆ ਉਹਨੇ ਇਹ ਚੀਜ਼ ਸਾਬਤ ਕੀਤੀ ਆ, ਕਿਉਂਕਿ ਜਦੋਂ ਪਾਰਟੀ ਤੋਂ ਬਾਹਰ ਹੋ ਗਏ ਤੇ ਸਰਦਾਰ ਰਣਜੀਤ ਸਿੰਘ ਬ੍ਰਹਮਪੁਰਾ ਸਾਹਿਬ ਨੇ ਪਾਰਟੀ ਬਣਾਈ ਹੋਈ ਸੀ ਸ਼੍ਰੋਮਣੀ ਅਕਾਲੀ ਦਲ ਟਕਸਾਲੀ। ਹੁਣ ਮੈਂ ਢੀਂਡਸਾ ਸਾਹਿਬ ਨੂੰ ਇਹ ਪੁੱਛਦਾ ਵੀ ਤੁਸੀਂ ਸਰਦਾਰ ਰਣਜੀਤ ਸਿੰਘ ਬ੍ਰਹਮਪੁਰਾ ਸਾਹਿਬ ਦੀ ਪ੍ਰਧਾਨਗੀ ਵੀ ਕਿਉਂ ਨਹੀਂ ਮੰਨੀ? ਉਹ ਤਾਂ ਆਫਰ ਕਰ ਰਹੇ ਸੀ, ਉਹਨਾਂ ਨੇ ਇੱਥੋਂ ਤੱਕ ਵੀ ਕਹਿਤਾ ਕਿ ਜੇ ਮੈਨੂੰ ਕਹੋ ਮੈਂ ਪ੍ਰਧਾਨਗੀ ਤੋਂ ਹਟ ਜਾਣਾ ਫਿਰ ਵੀ ਤੁਸੀਂ ਉਸ ਪਾਰਟੀ 'ਚ ਸ਼ਾਮਲ ਨਹੀਂ ਹੋਏ। ਇਹਦਾ ਮਤਲਬ ਜਿਹੜੀ ਤੁਸੀਂ ਪਾਰਟੀ ਦੇ ਅੰਦਰ ਗੱਲ ਕਹਿੰਦੇ ਸੀ ਉਹਦੇ 'ਚ ਵਜਨ ਨਹੀਂ ਆ। ਮੈਂ ਦੂਜਾ ਕੁਐਸਚਨ ਵੀ ਪੁੱਛਦਾ ਵੀ ਸਰਦਾਰ ਰਵਿੰਦਰ ਸਿੰਘ ਹੋਰਾਂ ਨੇ ਵੀ 1920 ਅਕਾਲੀ ਦਲ ਬੜਾ ਪੁਰਾਣਾ ਬਣਾਇਆ ਸੀ, ਉਹਦੀ ਵੀ ਉਹਨਾਂ ਦੀ ਵੀ ਲੀਡਰਸ਼ਿਪ ਜਿਹੜੀ ਹੈਗੀ ਹੈ ਸਰਦਾਰ ਸੁਖਦੇਵ ਸਿੰਘ ਢੀਂਡਸਾ ਨੇ ਐਕਸੈਪਟ ਨਹੀਂ ਕੀਤੀ। ਇਹਦਾ ਮਤਲਬ ਹੈ ਆਪਣੇ ਆਪ ਨੂੰ ਪੇਸ਼ ਕਰ ਰਹੇ ਆ ਥੋੜੇ ਜਿਹੇ ਆਪਣੇ ਸਪੋਰਟਰ ਦੀ ਮਦਦ ਦੇ ਨਾਲ ਕਿ ਮੈਂ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਬਣ ਗਿਆ। ਇਹਦਾ ਮਤਲਬ ਕੋਈ ਸਿਧਾਂਤਕ ਗੱਲ ਜਿਹੜੀ ਉਹ ਕਹਿੰਦੇ ਸੀ ਉਹ ਨਹੀਂ ਸੀ, ਸਿਰਫ ਦੌੜ ਇੱਥੇ ਤੱਕ ਸੀ ਵੀ ਜਿੱਦਾਂ ਮਰਜ਼ੀ ਕਰੋ, ਭਾਵੇਂ ਕੋਈ ਪਾਰਟੀ 'ਚ ਮੰਨੇ ਭਾਵੇਂ ਨਾ ਮੰਨੇ, ਤੇ ਮੈਂ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਹੋਣਾ ਚਾਹੀਦਾ। ਉਹ ਅੱਜ ਉਹਨਾਂ ਦੀ ਮਨਸ਼ਾ ਉਜਾਗਰ ਹੋ ਗਈ ਕਿ ਸਰਦਾਰ ਰਣਜੀਤ ਸਿੰਘ ਬ੍ਰਹਮਪੁਰਾ ਸਾਹਿਬ ਵਿਚਾਰੇ ਹਸਪਤਾਲ ਦਾਖਲ ਆ। ਦੇਖੋ ਸਾਡੇ ਸਤਿਕਾਰਯੋਗ ਆ, ਭਾਵੇਂ ਵੱਖਰੇ ਵੀ ਹੋ ਜਾਈਏ ਕਈ ਵਾਰੀ ਸਾਥੀ, ਲੇਕਿਨ ਹਮਦਰਦੀ ਰਹਿੰਦੀ ਆ। ਅੱਜ ਵੀ ਉਹ ਮੈਨੂੰ ਪਤਾ ਲੱਗਿਆ ਕਿ ਅੱਜ ਵੀ ਹਸਪਤਾਲ ਦਾਖਲ ਆ ਤੇ ਇੰਨੀ ਇੰਤਜ਼ਾਰ ਨਹੀਂ ਕੀਤੀ ਜਿਹੜੇ ਅਕਾਲ ਤਖਤ ਸਾਹਿਬ ਦੇ ਉੱਤੇ ਸਹੁੰ ਖਾਣ ਵਾਲੇ ਸੀ ਸਰਦਾਰ ਸੇਵਾ ਸਿੰਘ ਸੇਖਵਾਂ ਸਾਹਿਬ ਤੇ ਬਾਕੀ, ਕਿ ਅੱਜ ਉਹ ਜਾ ਕੇ ਨਵੀਂ ਥਾਂ ਪਾਰਟੀ 'ਚ ਬੈਠੇ ਸੀ। ਇਹ SGPC ਦੀ ਗੱਲ ਕਰਨ ਵਾਲੇ, ਸਿਧਾਂਤਕ ਗੱਲ ਕਰਨ ਵਾਲੇ ਸਾਡੇ ਵੀਰ, ਸਾਡੇ ਸੀਨੀਅਰ ਸਾਥੀ ਆ। ਤੇ ਸਰਦਾਰ ਰਣਜੀਤ ਸਿੰਘ ਬ੍ਰਹਮਪੁਰਾ ਸਾਹਿਬ ਅੱਜ ਮੰਜੀ ਦੇ ਉੱਤੇ PGI ਹਸਪਤਾਲ ਦੇ ਵਿੱਚ ਪਏ। ਦੇਖੋ ਜੇ ਤੁਸੀਂ ਘਰ ਦੇ ਬਿਮਾਰ ਬੰਦੇ ਮੈਨੂੰ ਵੀ ਬਖਸ਼ਦੇ ਨਹੀਂ ਵੀ ਘੱਟੋ ਘੱਟ ਉਹਦੇ ਮਨ ਤੇ ਕੀ ਬਲੇ, ਸਾਡੇ ਨਾਲ ਤਾਂ ਜੋ ਹੋਇਆ ਪਾਰਟੀ ਦੇ ਨਾਲ ਉਹ ਪਹਿਲਾਂ ਇੱਕ ਹੋ ਚੁੱਕਿਆ। ਇੰਨੀ ਕੁ ਅਸੂਲਾਂ ਦੀ ਗੱਲ ਹੈ, ਇੰਨੀ ਕੁ ਅਸੂਲਾਂ ਦੀ ਲੜਾਈ ਹੈ। ਫਿਰ ਮੈਂ ਢੀਂਡਸਾ ਸਾਹਿਬ ਨੂੰ ਪੁੱਛਦਾ ਵੀ ਤੁਸੀਂ ਤਾਂ ਸਾਰੀ ਉਮਰ ਸਕੱਤਰ ਜਨਰਲ ਰਹੇ ਪਾਰਟੀ ਦੇ, ਇਹ ਜਿਹੜੀ ਸਾਡੀ ਪਾਰਟੀ ਦੇ ਸਟੇਟ ਡੈਲੀਗੇਟਾਂ ਦੀ ਲਿਸਟ ਹੈ ਤੁਹਾਡੇ ਬੇਟੇ ਦੀ ਬਣਾਈ ਹੋਈ ਹੈ, ਵਿੱਚ ਮੈਂ ਡੈਲੀਗੇਟ ਵੀ ਆ, ਤੁਸੀਂ ਤਾਂ ਡੈਲੀਗੇਟ ਵੀ ਨਹੀਂ ਸਟੇਟ ਲੈਵਲ ਦੇ। ਸਾਡੀ ਡੈਲੀਗੇਟਾਂ ਦਾ ਪਾਰਟੀ ਕੋਈ ਹਵਾ 'ਚ ਨਹੀਂ ਤੁਰੀ ਫਿਰਦੀ।
ਇਹ ਪਾਰਟੀ ਦੇ ਡੈਲੀਗੇਟਾਂ ਦੀ ਲਿਸਟ ਆ। ਇਹ ਟੋਟਲ 558 ਡੈਲੀਗੇਟ ਹੈ। ਇਹ ਪਾਰਟੀ ਦੀ ਸਾਰੀ ਇਲੈਕਸ਼ਨ ਕਮਿਸ਼ਨ ਕੋਲੇ ਬਕਾਇਦਾ ਤੌਰ ਤੇ ਪਹਿਲਾਂ ਹੇਠੋਂ ਚੋਣ ਹੋ ਕੇ ਸਰਕਲ ਡੈਲੀਗੇਟ, ਡਿਸਟ੍ਰਿਕਟ ਡੈਲੀਗੇਟ, ਸਟੇਟ ਡੈਲੀਗੇਟ, ਇਹ ਪੂਰਾ ਇੱਕ ਜਿਹੜੀ ਕਿਤਾਬ ਛਪੀ ਹੋਈ ਆ ਇਹ ਇਲੈਕਸ਼ਨ ਕਮਿਸ਼ਨ ਦੀ ਆ। ਤੇ ਤੁਸੀਂ ਦੱਸੋ ਜੀ ਵੀ ਤੁਹਾਡੇ ਕਿੰਨੇ ਡੈਲੀਗੇਟ ਉੱਥੇ ਅੱਜ ਹਾਜ਼ਰ ਸੀ? ਇਹ ਕੋਈ ਪਾਰਟੀ ਦੀ ਚੋਣ ਸੀ? ਇੱਕ ਮਹੱਲੇ ਚੋਂ 4 ਬੰਦੇ ਘੱਲ ਕੇ ਹੁਣ ਮੈਂ ਜੇ ਰਾਤੀ ਸੁੱਤੇ ਸੁੱਤੇ ਸੋਚ ਲਵਾਂ ਵੀ ਮੈਂ ਨੈਸ਼ਨਲ ਪਾਰਟੀ ਦਾ ਪ੍ਰਧਾਨ ਬਣਨਾ ਤੇ ਮੈਂ ਆਪਣੇ 2-4 ਸਾਥੀਆਂ ਨੂੰ ਕਹਾਂ ਵੀ ਮੈਂ ਸਵੇਰੇ ਉੱਥੇ ਉੱਠ ਕੇ ਇੱਕ ਪ੍ਰੈਸ ਕਾਨਫਰੰਸ ਕਰਨੀ ਹੈ, ਤੁਸੀਂ ਮੇਰੇ ਨਾਲ ਬੈਠੋ ਵੀ ਮੈਂ ਫਲਾਣੀ ਪਾਰਟੀ ਦਾ ਪ੍ਰਧਾਨ ਲਾਤਾ ਤੇ ਮੈਂ ਉਹਦਾ ਪ੍ਰਧਾਨ ਬਣ ਗਿਆ, ਤੇ ਕੀ ਮੈਂ ਪ੍ਰਧਾਨ ਨੈਸ਼ਨਲ ਪਾਰਟੀ ਦਾ ਬਣ ਸਕਦਾ? ਕੋਈ ਕਾਇਦੇ ਕਾਨੂੰਨ ਹੁੰਦੇ ਆ, ਤੁਸੀਂ ਕੋਈ ਸਿਸਟਮ ਦੇ ਨਾਲ ਗੱਲ ਕਰੋ ਤੇ ਉਹ ਗੱਲ ਚੰਗੀ ਵੀ ਲੱਗਦੀ ਹੈ। ਇੱਕ ਹੋਰ ਨਵੀਂ ਗੱਲ ਆ ਉੱਭਰ ਕੇ ਆ ਗਈ ਕਿ ਪਹਿਲਾਂ ਬੜਾ ਜਿਹੜੇ ਟਕਸਾਲੀ ਵਰਕਰਾਂ ਨੂੰ ਖੁਸ਼ ਕਰਨ ਵਾਸਤੇ, ਉਹਨਾਂ ਦੇ ਜਜ਼ਬਾਤਾਂ ਨਾਲ ਖੇਡਣ ਵਾਸਤੇ ਇੱਕ ਲਫ਼ਜ਼ ਪਹਿਲਾਂ ਜੁੜਿਆ ਸੀ ਟਕਸਾਲੀ। ਜਿਹੜੀ ਪਾਰਟੀ ਵੀ ਬਣੀ ਸ਼੍ਰੋਮਣੀ ਅਕਾਲੀ ਦਲ ਟਕਸਾਲੀ। ਹੁਣ ਢੀਂਡਸਾ ਸਾਹਿਬ ਨੂੰ ਕਹਿੰਦੇ ਵੀ ਕਾਂਗਰਸ ਵਾਲਿਆਂ ਨੇ ਕਿਹਾ ਵੀ ਇਹ ਸ਼ਬਦ ਨਾਲ ਤੂੰ ਪ੍ਰਧਾਨ ਨਾ ਬਣ, ਕਿਉਂਕਿ ਬ੍ਰਹਮਪੁਰਾ ਸਾਹਿਬ ਤਾਂ ਕਹਿਣ ਲੱਗੇ ਸੀ ਭਾਵੇਂ ਪ੍ਰਧਾਨ ਬਣ ਜਾਓ। ਪਰ ਇਧਰੋਂ ਕਾਂਗਰਸ ਪਾਰਟੀ ਦੀ ਸਲਾਹ ਚਲੀ ਗਈ ਕਿ ਸਾਡੀ ਰਿਪੋਰਟ ਹੈ ਵੀ ਤੁਹਾਨੂੰ ਹਿੰਦੂ ਵੋਟ ਨਹੀਂ ਪੈਣੀ ਟਕਸਾਲੀ ਲਫ਼ਜ਼ ਨਾਲ, ਤੇ ਤਾਂ ਕਰਕੇ ਸਿਆਪਾ ਪਿਆ ਵੀ ਮੈਂ ਟਕਸਾਲੀ ਦਾ ਪ੍ਰਧਾਨ ਨਹੀਂ ਬਣਨਾ, ਮੈਂ ਨਵੀਂ ਪਾਰਟੀ ਬਣਾਉਣੀ। ਇਹ ਸੋਚ ਦੇਖ ਲਓ ਕਿੱਥੇ ਖੜੀ ਆ। ਕਹਿੰਦੇ ਅਸੀਂ ਜੀ ਪੰਥ ਦੀ ਜਿਹੜੀ ਹੈ ਨੁਮਾਇੰਦਾ ਜਥੀ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਬਜ਼ਾ ਕਰਨਾ, ਤੇ ਸੋਚ ਕਿੱਥੇ ਖੜੀ ਆ ਕਿ ਜੇ ਕਾਂਗਰਸ ਨੇ ਰਿਪੋਰਟ ਦੇਤੀ ਵੀ ਇਸ ਲਫ਼ਜ਼ ਨਾਲ ਤੁਹਾਨੂੰ ਨੁਕਸਾਨ ਹੁੰਦਾ ਤੇ ਟਕਸਾਲੀਆਂ ਦਾ ਖੜਾ ਹੀ ਛੱਡ ਗਏ, ਉਹਨਾਂ ਦਾ ਨਾਮ ਹੀ ਵਿਚਾਰਿਆਂ ਦਾ ਮਿਟਾਤਾ। ਅਸੀਂ ਹਾਲੇ ਸਾਰੇ ਪਾਰਟੀ ਦੇ ਜਿੰਨੇ ਟਕਸਾਲੀ ਲੀਡਰ ਆ ਸਾਡੇ, ਅੱਜ ਵੀ ਅਸੀਂ ਉਹਨਾਂ ਦੇ ਗੋਡੀ ਹੱਥ ਲਾਉਂਦੇ ਹਾਂ, ਕਿਉਂਕਿ ਪਾਰਟੀ 'ਚ ਉਹਨਾਂ ਦੀ ਬੜੀ ਵੱਡੀ ਕੰਟਰੀਬਿਊਸ਼ਨ ਹੈ। ਤੇ ਇਹ ਨਾਂ ਤੋਂ ਹੀ ਭੱਜ ਗਏ ਜਿਹੜੇ ਕਹਿੰਦੇ ਆ ਕਿ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬਾਕੀ ਥਾਵਾਂ ਤੋਂ ਆਜ਼ਾਦ ਕਰਾਉਣਾ, ਤੇ ਇਹ ਉਸ ਗੱਲ ਦੇ ਉੱਤੋਂ ਵੀ ਜਿਹੜੀ ਹੈ ਭੱਜ ਗਏ। ਔਰ ਜਿਹੜੇ ਲੀਡਰ ਸਾਹਿਬਾਨ ਅੱਜ ਉਹਨਾਂ ਦੇ ਨਾਲ ਬੈਠੇ ਸੀ, ਇਹ ਵੱਖਰੀ ਤਰ੍ਹਾਂ ਦੀ ਪਾਰਟੀ ਫਾਰਮੇਸ਼ਨ ਹੋ ਰਹੀ ਹੈ ਕਿ ਕਿੰਨੀਆਂ ਹੀ ਪਾਰਟੀਆਂ ਦੇ ਲੀਡਰ ਉੱਥੇ ਆ ਕੇ ਬੈਠੇ ਸੀ। ਉਹ ਬਾਹਰ ਜਾ ਕੇ ਬੜੇ ਮਾਣ ਦੇ ਨਾਲ ਕਹਿ ਕੇ ਗਏ ਵੀ ਮੈਂ ਸ਼ਾਮਲ ਨਹੀਂ ਹੋਇਆ, ਮੇਰੀ ਪਾਰਟੀ ਵੱਖਰੀ ਰਹੂਗੀ। ਰਾਮੋਲੀਆ ਸਾਹਿਬ ਵੀ ਅੱਜ, ਸਰਦਾਰ ਬਲਵੰਤ ਸਿੰਘ ਰਾਮੋਲੀਆ ਸਾਹਿਬ ਸਾਡੇ ਬੜੇ ਪੁਰਾਣੇ ਸਾਥੀ ਆ, ਮਿੱਤਰ ਆ ਜਾਤੀ ਤੌਰ ਤੇ, ਉਹ ਵੀ ਉੱਥੇ ਭਾਸ਼ਣ ਝਾੜ ਗਏ ਕਿਉਂਕਿ ਚਲੋ ਜਦੋਂ ਤੰਦੂਰ ਤਪਿਆ 2 ਰੋਟੀਆਂ ਲਾਉਣ 'ਚ ਕੀ ਹਰਜਾ। ਤੇ ਜਾਣ ਲੱਗਿਆ ਬਾਹਰ ਕਹਿ ਗਏ ਵੀ ਮੇਰੀ ਪਾਰਟੀ ਵੱਖਰੀ ਆ, ਮੈਂ ਨਾਲ ਨਹੀਂ ਸ਼ਾਮਲ, ਮੇਰੇ ਆਸ਼ੀਰਵਾਦ ਇਹਨਾਂ ਦੇ ਨਾਲ ਆ। ਸਰਦਾਰ ਮਨਜੀਤ ਸਿੰਘ ਜੀਕੇ, ਉਹਨਾਂ ਨੇ ਦਿੱਲੀ 'ਚ ਝੰਡੇ ਝੂਲਦੇ ਆ, ਪੰਕਜ ਜੀ ਉੱਥੇ ਰਹਿ ਕੇ ਆਏ ਆ, ਸਾਰੀ ਚੰਗੀ ਤਰ੍ਹਾਂ ਜਾਣਦੇ ਆ ਡਿਟੇਲ ਦੇ ਵਿੱਚ। ਉਹ ਵੀ ਆਏ, ਜਾਣ ਲੱਗੇ ਕਹਿ ਕੇ ਕਿ ਸਾਡੀ ਜਾਗੋ ਪਾਰਟੀ ਵੱਖਰੀ ਸਟੈਂਡ ਕਰਦੀ ਹੈ। ਸਰਦਾਰ ਰਵਿੰਦਰ ਸਿੰਘ ਹਰੀ ਉੱਥੇ ਨਹੀਂ ਸੀ, ਪਰ ਉਹਨਾਂ ਦੀ ਪਾਰਟੀ ਕੁਦਰਤੀ ਗੱਲ ਹੈ ਕਿ ਉਹ ਪਹਿਲਾਂ ਹੀ ਵੱਖਰੀ ਸਟੈਂਡ ਕਰਦੀ ਹੈ। ਇਸ ਕਰਕੇ ਪਤਾ ਨਹੀਂ, ਮੈਂ ਨਹੀਂ ਕਹਿ ਸਕਦਾ, ਮੈਂ ਇਸੇ ਕਰਕੇ ਕਹਿ ਕੇ ਉਹਨਾਂ ਦਾ ਪਤਾ ਨਹੀਂ, ਪਰ ਉਹਨਾਂ ਦੀ ਪਾਰਟੀ ਤਾਂ ਵੱਖਰੀ ਸਟੈਂਡ ਕਰਦੀ ਹੈ। ਪਰ ਜਿਹੜੇ ਸੇਖਵਾਂ ਸਾਹਿਬ ਤੇ ਸਰਦਾਰ ਬੀਰਦਵਿੰਦਰ ਸਿੰਘ ਆ, ਉਹ ਮੇਰੇ ਹਾਲ ਬ੍ਰਹਮਪੁਰਾ ਸਾਹਿਬ ਦਾ ਹਾਲ ਪੁੱਛਣ ਵੀ ਨਹੀਂ ਗਏ, ਅਸਤੀਫਾ ਵੀ ਨਹੀਂ ਦਿੱਤਾ ਹਾਲੇ ਉਹਨਾਂ ਨੇ ਬੁਕਿੰਗ ਜਾ ਕੇ ਆਪਣੀ ਉੱਥੇ ਪਹਿਲਾਂ ਕਰਾ ਲਈ। ਉਹਨਾਂ ਦਾ ਮੈਂ ਸੁਣ ਨਹੀਂ ਸਕਿਆ ਵੀ ਹਾਲੇ ਕਿਸ ਕਪੈਸਿਟੀ 'ਚ ਆਏ ਸੀ, ਵੀ ਪਿਛਲੀ ਪਾਰਟੀ ਛੱਡ ਦਿੱਤੀ ਕਿ ਨਹੀਂ ਛੱਡ ਦਿੱਤੀ, ਕਿ ਅਗਲੀ ਸ਼ਾਮਲ ਹੋ ਗਏ ਕਿ ਨਹੀਂ ਹੋ ਗਏ। ਪਰ ਇਹ ਕਿੰਨੀ ਕੁ ਕਮਿਟਮੈਂਟ ਹੈ ਸਾਡੀਆਂ ਪਾਰਟੀਆਂ ਨਾਲ, ਸਾਡੇ ਲੀਡਰ ਸਾਹਿਬਾਨਾਂ ਦੀ ਵੈਲਿਡਿਟੀ ਕਿੰਨੀ ਰਹਿ ਗਈ। ਆ ਮੋਬਾਈਲ 'ਚ ਕਾਰਡ ਪਵਾਈਦਾ ਨਾ ਵੀ 3 ਮਹੀਨੇ ਦੀ ਵੈਲਿਡਿਟੀ ਹੈ ਤੇ 6 ਮਹੀਨੇ ਦੀ ਵੈਲਿਡਿਟੀ ਹੈ, ਇਹ ਹੁਣ ਵੈਲਿਡਿਟੀ ਦੀ ਕ੍ਰਾਈਸਿਸ ਸ਼ੁਰੂ ਹੋ ਗਈ ਕਿ ਹਾਲੇ ਪਿਛਲੀ ਪਾਰਟੀ ਨੂੰ ਅਸਤੀਫਾ ਵੀ ਨਹੀਂ ਦਿੱਤਾ ਤੇ ਨਵੀਆਂ ਪਾਰਟੀਆਂ ਦੇ ਵਿੱਚ ਜਾ ਕੇ ਜਿਹੜੇ ਹੈਗੇ ਆ ਉਹ ਸ਼ੁਰੂ ਹੋ ਗਏ। ਇਸ ਕਰਕੇ ਇਹਨਾਂ ਲੀਡਰ ਸਾਹਿਬਾਨਾਂ ਨੂੰ ਤਾਂ ਮੈਂ ਪੁੱਛਦਾ ਵੀ ਕਿਰਪਾ ਕਰਕੇ ਦੱਸ ਦਿਓ ਵੀ ਬ੍ਰਹਮਪੁਰਾ ਸਾਹਿਬ ਨੂੰ ਛੱਡ ਦਿੱਤਾ ਕਿ ਹਾਲੇ ਕੋਈ ਹੋਰ ਵੱਖਰੀ ਹੈ, ਉਹਦੇ ਹਿਸਾਬ ਨਾਲ ਅਸੀਂ ਅੱਗੋਂ ਅਸੀਂ ਵੀ ਪਤਾ ਲਈਏ ਵੀ ਕਿਹੜੇ ਪਾਸੇ ਹਾਜ਼ਰੀ ਲਾਉਣੀ ਹੈ। ਹਾਲੇ ਉਹਨਾਂ ਦਾ ਇਹ ਵੀ ਗੱਲ ਕਲੀਅਰ ਨਹੀਂ ਹੈ। ਮੈਂ ਉਹਨਾਂ ਸਾਰੇ ਸੱਜਣਾਂ ਨੂੰ ਇਹ ਕਹਿਣਾ ਕਿ ਤੁਸੀਂ ਰਾਜਨੀਤੀ ਕਰਨੀ ਕਰੋ, ਅਸੀਂ ਤੁਹਾਨੂੰ ਨਾ ਰੋਕ ਸਕਦੇ ਹਾਂ, ਨਾ ਸਾਡਾ ਹੱਕ ਬਣਦਾ, ਪਰ ਸ਼੍ਰੋਮਣੀ ਅਕਾਲੀ ਦਲ ਦੇ ਨਾਂ ਤੇ ਜੇ ਕੋਈ ਜਾਲਸਾਜ਼ੀ ਕਰੇਗਾ ਤੇ ਉਹਦਾ ਜੋ ਜਵਾਬ ਬਣਦਾ ਉਹ ਸ਼੍ਰੋਮਣੀ ਅਕਾਲੀ ਦਲ ਦੇਗਾ।
ਔਰ ਇਹਨਾਂ ਨੂੰ ਇਹ ਵੀ ਬੇਨਤੀ ਕਰਦਾ ਕਿ ਇਸ ਵੇਲੇ ਭਾਵੇਂ ਆਮ ਆਦਮੀ ਪਾਰਟੀ ਹੈ, ਭਾਵੇਂ ਇਹਨਾਂ ਦੀ ਢੀਂਡਸਾ ਸਾਹਿਬ ਦੀ ਪਾਰਟੀ ਹੈ, ਕਿਹੜੀ ਹੈਗੀ ਹਾਲੇ ਨਾਂ ਦਾ ਤਾਂ ਕਲੀਅਰ ਨਹੀਂ, ਇਹ ਸਾਰੀਆਂ ਕਾਂਗਰਸ ਦੇ ਸੋਸ਼ਲ ਮੀਡੀਆ ਦਾ ਕੰਮ ਕਰਨ ਦਿਆ ਇਸ ਵੇਲੇ, ਔਰ ਪਬਲਿਕ ਇਹਨਾਂ ਦੀਆਂ ਸਾਰੀਆਂ ਐਕਟੀਵਿਟੀਜ਼ ਨੂੰ ਵਾਚ ਕਰ ਰਹੀ। ਟੋਟਲ ਸਿਰਫ ਇੱਕੋ ਕੰਮ ਹੈ ਕਿ ਕਾਂਗਰਸ ਦਾ ਸੋਸ਼ਲ ਮੀਡੀਆ ਚੱਲ ਰਿਹਾ। ਜੋ ਹੁੰਦਾ ਨਾ ਕਿ ਕਈ ਜਾਲੀ ਅਕਾਊਂਟ ਖੋਲ ਲੈਂਦੇ ਆ, ਉਹਨਾਂ ਦੇ ਨਾਂ ਤੋਂ ਕਿਸੇ ਦੇ ਨਾਂ ਤੇ ਕੁਝ ਪਾਈ ਜਾਂਦਾ। ਇਸ ਕਰਕੇ ਕਾਂਗਰਸ ਹੁਣ ਇਹਨਾਂ ਨੂੰ, ਆਮ ਆਦਮੀ ਪਾਰਟੀ ਵੀ ਉਹੀ ਕੰਮ ਕਰ ਰਹੀ ਹੈ ਵੀ ਕੋਈ ਸਰਕਾਰ ਦਾ ਕੰਮ ਹੋਵੇ ਜੇ ਸ਼੍ਰੋਮਣੀ ਅਕਾਲੀ ਦਲ ਨੂੰ ਅਪੋਜ਼ ਕਰਨਾ, ਤੇ ਉਹ ਸਾਰਾ ਦਿਨ ਸਾਡੇ ਖਿਲਾਫ ਉਲਟੇ ਕਰਨਗੇ, ਆਪਣੀ ਡਿਊਟੀ ਜਿਹੜੀ ਆ ਨਹੀਂ ਨਿਭਾਉਣਗੇ। ਇਸ ਕਰਕੇ ਮੈਂ ਇਹਨਾਂ ਪਾਰਟੀਆਂ ਨੂੰ ਬੇਨਤੀ ਕਰਦਾ ਕਿ ਸੋਸ਼ਲ ਮੀਡੀਆ ਦਾ ਕੰਮ ਕਾਂਗਰਸ ਦਾ ਨਾ ਕਰੋ। ਤੁਹਾਡੇ ਤੇ ਜ਼ਿੰਮੇਵਾਰੀਆਂ, ਲੋਕਾਂ ਨੂੰ ਤੁਸੀਂ ਬੜੇ ਵੱਡੇ ਲਾਰੇ ਲਾਏ ਸੀ ਉਸ ਵੇਲੇ, ਜਨਤਾ ਹੁਣ ਟਾਈਮ ਨੇੜੇ ਆ ਗਿਆ, ਤੁਹਾਡੇ ਕੋਲੋਂ ਹਿਸਾਬ ਜਿਹੜਾ ਉਹ ਪੁੱਛੇਗੀ। ਇਸ ਕਰਕੇ ਅੱਜ ਮੈਂ ਮੀਡੀਆ ਨੂੰ ਵੀ ਬੇਨਤੀ ਕਰਦਾ, ਕੁਝ ਚੈਨਲਾਂ ਤੇ ਚੱਲਣ ਵੀ ਲੱਗ ਗਿਆ ਸੀਗਾ ਵੀ ਸ਼੍ਰੋਮਣੀ ਅਕਾਲੀ ਦਲ ਦੇ ਨਵੇਂ ਪ੍ਰਧਾਨ ਬਣ ਗਏ। ਇਸ ਤਰ੍ਹਾਂ ਦੀ ਗਲਤੀ ਚੈਨਲ ਨੂੰ ਜ਼ਿੰਮੇਵਾਰ ਨੇ ਸਾਰੇ ਨਹੀਂ ਕਰਨੀ ਚਾਹੀਦੀ। ਇਹ ਲੀਗਲ ਗੱਲਾਂ, ਸੰਵਿਧਾਨਕ ਗੱਲਾਂ, ਲੱਖਾਂ ਵਰਕਰ ਥੱਲੇ ਮਿਹਨਤ ਕਰਕੇ ਪਾਰਟੀ ਇਲੈਕਟ ਕਰਦਾ। ਇਸ ਕਰਕੇ ਕੱਲ ਨੂੰ ਕੋਈ ਬੰਦਾ ਸੜਕ ਤੇ ਖੜ ਕੇ ਕਹਿ ਦੇਗਾ ਮੈਂ ਫਲਾਣੀ ਪਾਰਟੀ ਦਾ ਪ੍ਰਧਾਨ ਹਾਂ, ਤਾਂ ਜਿਹੜੀ ਆਪਣੇ ਲਫ਼ਜ਼ਾਂ ਦੀ ਚੋਣ ਹੈ, ਜਿਹੜੀ ਮੀਡੀਆ ਦੀ, ਇਲੈਕਟ੍ਰੋਨਿਕ ਮੀਡੀਆ ਦੀ ਵੀ, ਪ੍ਰਿੰਟ ਦੀ ਵੀ, ਉਹ ਸਹੀ ਹੋਣੀ ਚਾਹੀਦੀ ਆ। ਉਹਨਾਂ ਦਾ ਗਰੁੱਪ ਲਿਖੋ, ਵੱਖਰਾ ਲਿਖੋ, ਕੁਛ ਲਿਖੋ, ਲੇਕਿਨ ਇੱਕ ਐਸਟੈਬਲਿਸ਼ ਪਾਰਟੀ ਦਾ ਨਾਮ ਕੋਈ ਮਿਸਯੂਜ਼ ਕਰਦਾ ਤਾਂ ਮੈਂ ਤੁਹਾਨੂੰ ਅਪੀਲ ਕਰਦਾ ਕਿ ਉਹਨੂੰ ਤੁਸੀਂ ਜਿਹੜੀ ਹੈਗੀ ਆ ਡਿਸਕਰੇਜ ਕਰੋ। ਕਿਸੇ ਨੂੰ ਵੀ ਸ਼੍ਰੋਮਣੀ ਅਕਾਲੀ ਦਲ ਦਾ ਨਾਮ ਵਰਤਣ ਦੀ ਆਗਿਆ ਨਹੀਂ ਆ ਪਾਰਟੀ ਵੱਲੋਂ। ਇਹ ਗੱਲ ਕਲੀਅਰ ਕਰਨ ਵਾਸਤੇ ਅੱਜ ਅਸੀਂ ਰੱਖਿਆ। ਬਿਊਰੋ ਰਿਪੋਰਟ। ਸੁਨਹਿਰੀ ਮੌਕਾ, ਹੁਣ ਸਭ ਬਣ ਸਕਦੇ ਨੇ ਕੋਠੀਆਂ ਦੇ ਮਾਲਕ। ਸਿਰਫ 5000 ਪ੍ਰਤੀ ਮਹੀਨਾ ਕਿਸ਼ਤ ਦੇ ਕੇ ਬਣੋ ਆਲੀਸ਼ਾਨ ਕੋਠੀਆਂ ਦੇ ਮਾਲਕ। ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ 2,67,000 ਰੁਪਏ ਤੁਰੰਤ ਕੀਤੇ ਜਾਣਗੇ ਵਾਪਸ। ਵਧੇਰੇ ਜਾਣਕਾਰੀ ਲਈ ਤੁਸੀਂ ਸੰਪਰਕ ਕਰ ਸਕਦੇ ਹੋ ਜੀਕੇ ਗਰੁੱਪ ਦੇ ਨਾਲ। ਜੀਕੇ ਗਰੁੱਪ ਹਰ ਵਿਅਕਤੀ ਦੇ ਸੁਪਨੇ ਕਰੇਗਾ ਸਾਕਾਰ ਤੇ ਜੀਵਨ ਵਿੱਚ ਆਏਗੀ ਨਵੀਂ ਬਹਾਰ। ਵਧੇਰੇ ਜਾਣਕਾਰੀ ਲਈ ਤੁਸੀਂ ਵੀ ਨਿਕਲੋ ਘਰਾਂ ਚੋਂ ਬਾਹਰ ਤੇ ਸੰਪਰਕ ਕਰੋ ਇਸ ਨੰਬਰ ਤੇ ਜੀਕੇ ਗਰੁੱਪ ਦੇ ਨਾਲ। ਨੰਬਰ ਨੋਟ ਕਰੋ 9855100070। ਜੀਕੇ ਗਰੁੱਪ, ਸਰਹੰਦ ਰੋਡ, ਪਟਿਆਲਾ।